ਧੰਨ ਵਾਹਿਗੁਰੂ ਜੀ। ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰੂ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੇ, ਰਾਖੋ ਸ਼ਰਮ ਅਸਾੜੀ ਜੀਓ। ਕਰ ਕਿਰਪਾ ਨਾਨਕ ਗੁਣ ਗਾਵੇ, ਰਾਖੋ ਸ਼ਰਮ ਅਸਾੜੀ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ श्री जयदेव जियो का पदा, कर चौथा। एक ओंकार सतगुर प्रसाद, परमाद पुरख मनो पिवं, सत आद भाव रतं, परमद पुतं परकृत परं, जद चिंत सरव गतं, केवल राम नाम मनोरमं, बद अमृत तत्मयं, नादनोत जस मरणेन, जन्म जराद मरण भयं, रहाउ इच्छस जमाद परापहं, जस स्वस्थ सुकृत कृतं, पव भूत भाव संभयं, परमं प्रसन्न मिदं, लोभाद दृष्ट परग्रहं, जद विद आचरणं, तज सकल दुकृत दुर्मति, पज चक्र तर शरणं, हर भगत निज निह केवला, हृद कर्मणा वचसा, जोगेन किं जगेन किं, दानेन किं तपसा, गोविंद गोविंदेत जप, नर सकल सिद्ध पदं, जयदेव आयु तस सफुटं, भव भूत सरव गतं, गोविंद गोविंदेत जप, नर सकल सिद्ध पदं, जयदेव आयु तत्सफुटं, भव भूत सरव गतं। वाहिगुरु जी का खालसा, वाहिगुरु जी की फतेह। परम
ਸਨਮਾਨਯੋਗ ਸਤ ਸੰਗਤ ਜੀਓ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸਵਾਈਮਾਨ ਹੋਏ ਬੈਠੇ ਸਤਸੰਗੀ ਜਨੋਂ, ਅੱਜ ਦਾ ਪਾਵਨ ਲੜੀਵਾਰ ਜੋ ਸ਼ਬਦ ਆਪਾਂ ਵਿਚਾਰਨਾ ਹੈ, ਗੋਜਰੀ ਰਾਗ ਦੇ ਵਿੱਚ ਸਤਿਕਾਰਯੋਗ ਭਗਤ ਜੈਦੇਵ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਦਾ, ਪਾਵਨ ਅੰਕ 526 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਇਹ ਸ਼ਬਦ ਭਗਤ ਜੈਦੇਵ ਜੀ ਨੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਉਚਾਰਨ ਕੀਤਾ ਹੈ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਪੜ੍ਹਨ ਦੀ ਗੱਲ ਕੀਤੀ ਜਾਂਦੀ ਹੈ ਤੇ ਇਸ ਨੂੰ ਸਭ ਤੋਂ ਮਹਿੰਗੀ ਬਾਣੀ ਵਿਦਵਾਨ ਸੱਜਣ ਕਹਿੰਦੇ ਹਨ, ਕਿਉਂਕਿ ਸ਼ਬਦ ਨੂੰ ਪੜ੍ਹਨਾ, ਇਸ ਦੇ ਵਿਸਰਾਮ ਲਾਣੇ, ਇਹ ਸ਼ਬਦ ਔਖੀ ਭਾਸ਼ਾ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਉਚਾਰਨ ਕੀਤਾ ਹੋਇਆ ਹੈ। ਸੋ ਆਓ ਆਪਾਂ ਜਿੱਥੇ ਕਿ ਸ਼ਬਦ ਦੇ ਅਰਥ ਜਾਣਨ ਦਾ ਯਤਨ ਕਰਨਾ ਹੈ, ਉੱਥੇ ਨਾਲ ਨਾਲ ਸ਼ਬਦ ਦਾ ਅਭਿਆਸ ਵੀ ਕਰਾਂਗੇ ਕਿ ਇਸ ਸ਼ਬਦ ਨੂੰ ਆਪਾਂ ਪੜ੍ਹਨਾ ਕਿਵੇਂ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਝ ਬਾਣੀਆਂ ਐਸੀਆਂ ਨੇ ਜਿਵੇਂ ਮਾਰੂ ਦੱਖਣੇ, ਸੈਸਕ੍ਰਿਤੀ ਬਾਣੀ, ਸਵਈਏ, ਜਿਨ੍ਹਾਂ ਦੇ ਵਿਸਰਾਮ ਤੇ ਉਹਨਾਂ ਨੂੰ ਪੜ੍ਹਨਾ ਆਮ ਜਿਹੜੇ ਸਾਧਾਰਨ ਪਾਠ ਕਰਨ ਵਾਲੇ ਹਨ ਉਹਨਾਂ ਵਾਸਤੇ ਇਹਨਾਂ ਬਾਣੀਆਂ ਨੂੰ ਪੜ੍ਹਨ ਵੇਲੇ ਥੋੜ੍ਹੀ ਔਖਿਆਈ ਹੁੰਦੀ ਹੈ। ਸੋ ਆਓ ਆਪਾਂ ਨਾਲ ਨਾਲ ਇਸ ਦਾ ਪਾਠ ਵੀ ਸਮਝਣ ਦਾ ਯਤਨ ਕਰਾਂਗੇ ਤੇ ਜੋ ਭਗਤ ਜੈਦੇਵ ਜੀ ਨੇ ਇਸ ਸ਼ਬਦ ਦੇ ਵਿੱਚ ਵਿਚਾਰ ਮਨੁੱਖਤਾ ਦੇ ਸਾਹਮਣੇ ਰੱਖੇ ਹਨ, ਉਹਨਾਂ ਵਿਚਾਰਾਂ ਨੂੰ ਵੀ ਵਿਚਾਰਾਂਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਮਨੋਬਿਰਤੀਆਂ ਇਕਾਗਰ ਕਰੋ, ਆਓ ਪਿਆਰ ਨਾਲ ਇਸ ਸ਼ਬਦ ਦੇ ਵਿਚਾਰ ਨਾਲ ਜੁੜਦੇ ਹਾਂ। ਅਸੀਸ ਬਖਸ਼ੋ, ਗੁਰਮੰਤਰ ਦੀ ਸਾਧਨ ਕਰੋ ਪਿਆਰ ਨਾਲ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਜਰੀ ਰਾਗ ਹੈ। श्री जयदेव जियो का पदा सत्कारयोग लफज गुरु महाराज ने भगतां लई वरते हैं। घर चौथा ताल दे घर चौथे विच इस शब्द नूं गाउण दा हुक्म है गुरु साहब जी वालों। एक ओंकार सतगुर प्रसाद मंगला चरण है, अकाल पुरख एक है। सारी कार दे विच वो व्यापक है, सजीव सत है ते सतगुरु की कृपा दे राही उसकी प्राप्ति हुंदी है, उहदे नाल सांझ बनती है। शब्द का जो केंद्री भाव है इसदे विच भगत जी आख रहे ने, केवल राम नाम मनोरमं बद अमृत तत्मयं ना दनोत जस मरनेन जन्म जराद मरण भयं रहाऊ। इस शब्द का केंद्री भाव है। भगत जयदेव जी आख रहे ने, केवल राम नाम मनोरमं। मनोरमं का अर्थ हुंदा है मन नूं मोहन वाला, मन नूं प्रभावित करने वाला, पाओ सुंदर। आखन केवल राम नाम मनोरमं, केवल परमात्मा दा सुंदर नाम सिमर। हे भाई, हे प्राणी,
ਕੇਵਲ ਤਾਂ ਕੇਵਲ ਪਰਮਾਤਮਾ ਦਾ ਸੁੰਦਰ ਨਾਮ ਸਿਮਰ, ਜਿਹੜਾ ਨਾਮ ਮਨੁੱਖ ਨੂੰ ਦੇ ਮਨ ਨੂੰ ਮੋਹਣ ਵਾਲਾ ਹੈ। ਇੱਕ ਨਾਮ ਹੀ ਹੈ ਜਿਹੜਾ ਸਾਡੇ ਮਨ ਨੂੰ ਮੋਹ ਸਕਦਾ ਹੈ ਪੂਰਨ ਤੌਰ ਤੋਂ, ਤੇ ਮਨ ਨੂੰ ਆਪਣੇ ਗਲਾਵੇ ਵਿੱਚ ਲੈ ਸਕਦਾ ਹੈ, ਆਪਣੀ ਗਲਵੱਕੜੀ ਵਿੱਚ ਲੈ ਸਕਦਾ ਹੈ। ਇਸ ਕਰਕੇ ਭਗਤ ਜੀ ਆਖ ਰਹੇ ਨੇ ਕੇਵਲ ਪਰਮਾਤਮਾ ਦੇ ਸੁੰਦਰ ਨਾਮ ਨੂੰ ਜਪ, ਉਹਨੂੰ ਸਿਮਰ, ਉਹਨੂੰ ਯਾਦ ਕਰ। ਫਿਰ ਕਹਿਣ ਲੱਗੇ ਬਦ ਅੰਮ੍ਰਿਤ ਤਤ ਮਯੰ। ਵਧ ਅੰਮ੍ਰਿਤ ਦਾ ਅਰਥ ਹੈ ਕਿ ਜੋ ਅੰਮ੍ਰਿਤ ਭਰਪੂਰ ਹੈ, ਤਤ ਮਯੰ ਜੋ ਅਸਲੀਅਤ ਰੂਪ ਹੈ, ਭਾਵ ਕਿ ਉਹ ਅੰਮ੍ਰਿਤ ਨਾਲ ਭਰਪੂਰ ਹੈ, ਅੰਮ੍ਰਿਤ ਰੂਪ ਹੈ ਪਰਮਾਤਮਾ, ਤੇ ਅਸਲੀਅਤ ਰੂਪ ਹੈ। ਤਤ ਕਹਿੰਦੇ ਨੇ ਅਸਲੀਅਤ ਨੂੰ, ਸੱਚਾਈ ਨੂੰ। ਜਿਹੜਾ ਪਰਮਾਤਮਾ ਤਤ ਸਰੂਪ ਹੈ, ਅਸਲੀਅਤ ਰੂਪ ਹੈ, ਜਿਵੇਂ ਆਪਾਂ ਦੇਖਦੇ ਹਾਂ ਦੁੱਧ ਦੇ ਵਿੱਚ ਜੋ ਤੱਤ ਹੈ ਉਹ ਮੱਖਣ ਹੈ, ਇਸ ਤਰ੍ਹਾਂ ਸੇ ਸਾਰੀ ਸ੍ਰਿਸ਼ਟੀ ਦਾ ਜੋ ਤੱਤ ਹੈ, ਜੋ ਅਸਲੀਅਤ ਰੂਪ ਹੈ, ਉਹ ਅਕਾਲ ਪੁਰਖ ਵਾਹਿਗੁਰੂ ਹੈ, ਪਰਮੇਸ਼ਰ ਹੈ। ਸਾਰੀ ਕਾਇਨਾਤ ਦਾ, ਸਾਰੀ ਸ੍ਰਿਸ਼ਟੀ ਦਾ ਜੋ ਤੱਤ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ। ਤੇ ਨਾਲ ਕਾਰਨ ਨੇ ਅੰਮ੍ਰਿਤ ਭਰਪੂਰ ਹੈ। ਉਹ ਪਰਮਾਤਮਾ ਜਿਹੜਾ ਹੈ, ਜਿਹਦੇ ਨਾਮ ਨੂੰ ਜਪਣ ਦੀ ਪ੍ਰੇਰਨਾ ਕਰ ਰਹੇ ਹਨ, ਜਿਹੜਾ ਨਾਮ ਮਨ ਨੂੰ ਮੋਹਣ ਵਾਲਾ ਹੈ, ਮਹਾਰਾਜ ਕਹਿੰਦੇ ਉਹ ਅੰਮ੍ਰਿਤ ਭਰਪੂਰ ਹੈ ਤੇ ਉਹ ਅਸਲੀਅਤ ਰੂਪ ਹੈ। ਉਸ ਤੋਂ ਬਿਨਾਂ ਹੋਰ ਕੋਈ ਅਸਲੀਅਤ ਰੂਪ ਨਹੀਂ ਹੈ, ਤਤ ਰੂਪ ਨਹੀਂ ਹੈ। ਸਭ ਦਾ ਜੋ ਤਤ ਹੈ, ਸਭ ਦੀ ਜੋ ਅਸਲੀਅਤ ਹੈ, ਉਹ ਅਕਾਲ ਪੁਰਖ ਵਾਹਿਗੁਰੂ ਹੈ। ਫਿਰ ਕਹਿਣ ਲੱਗੇ, ਕਹਿੰਦੇ ਨਾ ਦਨੋਤ ਜਸ ਮਰਨੇਨ ਜਨਮ ਜਰਾਦ ਮਰਨ ਭਯੰ। ਨਾ ਦਨੋਤ ਆਖਣ ਲੱਗੇ ਭਗਤ ਜੀ, ਜਿਹੜਾ ਪਰਮਾਤਮਾ ਹੈ, ਨਾ ਦਨੋਤ, ਦਨੋਤ ਦਾ ਅਰਥ ਹੈ ਉਹ ਦੁੱਖ ਨਹੀਂ ਦਿੰਦਾ। ਜਿਹੜਾ ਪਰਮਾਤਮਾ ਹੈ ਉਹ ਇੱਕ ਐਸੀ ਹਸਤੀ ਹੈ ਜੋ ਕਿਸੇ ਨੂੰ ਦੁੱਖ ਨਹੀਂ ਦਿੰਦਾ। ਤੇ ਜਸ ਮਰਨੇਨ, ਵੈਸੇ ਅੱਖਰ ਹੈ ਜਸ ਸਮਰਨੇਨ। ਜਸ ਦਾ ਅਰਥ ਹੁੰਦਾ ਹੈ ਜਸ ਉਸਤਤ, ਸਮਰਨੇਨ ਦਾ ਅਰਥ ਹੁੰਦਾ ਸਿਮਰਨ ਕਰਨਾ, ਪਰਮਾਤਮਾ ਦੀ ਸਿਫਤ ਕਰਨ ਨਾਲ ਹੈ। ਆਖਣ ਲੱਗੇ ਜਿਸ ਦੇ ਸਿਮਰਨ ਨਾਲ ਨਾ ਦਨੋਤ ਜਸ ਮਰਨੇਨ ਜਨਮ ਜਰਾਦ ਮਰਨ ਭਯੰ। ਜਿਸ ਪਰਮਾਤਮਾ ਦੇ ਸਿਮਰਨ ਕਰਨ ਦੇ ਨਾਲ ਜਨਮ ਮਰਨ, ਬੁਢੇਪਾ, ਚਿੰਤਾ, ਫਿਕਰ, ਮੌਤ ਦਾ ਡਰ, ਇਹ ਜਿਹੜੇ ਦੁੱਖ ਨੇ, ਇਹ ਪਰਮਾਤਮਾ ਕਿਸੇ ਨੂੰ ਨਹੀਂ ਦਿੰਦਾ। ਤੇ ਉਸ ਦਾ ਸਿਮਰਨ ਇਹ ਸਾਰੇ ਦੁੱਖ ਦੂਰ ਕਰ ਦਿੰਦਾ ਹੈ। ਜਿਤਨੇ ਵੀ ਸੰਸਾਰ ਦੇ ਫਿਕਰ ਨੇ, ਚਿੰਤਾਵਾਂ ਨੇ, ਝੋਰੇ ਨੇ, ਉਸ ਪਰਮਾਤਮਾ ਦੀ ਜਿਹੜੀ ਸਿਫਤ ਸਲਾਹ ਹੈ, ਮਾਲਕ ਦੀ ਜਿਹੜੀ ਵਡਿਆਈ ਹੈ, ਭਗਤ ਜੈਦੇਵ ਜੀ ਕਹਿ ਰਹੇ ਨੇ, ਉਸ ਦਾ ਸਿਮਰਨ ਸਾਰੇ ਦੁੱਖਾਂ ਨੂੰ ਦੂਰ ਕਰ ਦਿੰਦਾ। ਉਹਦੇ ਸਿਮਰਨ ਵਿੱਚ ਐਸੀ ਬਰਕਤ ਹੈ। ਇਸ ਕਰਕੇ ਕਹਿੰਦੇ ਉਸ ਪਰਮਾਤਮਾ ਦੇ ਸਿਮਰਨ ਨੂੰ ਕਰ, ਕੇਵਲ ਉਸਦੇ ਨਾਮ ਨੂੰ ਜਪ, ਉਸਦੇ ਨਾਮ ਨੂੰ ਸਿਮਰ। ਫਿਰ ਅੱਗੇ ਵਿਆਖਿਆ ਕਰ ਰਹੇ ਨੇ, ਕਹਿਣ ਲੱਗੇ ਪਰਮਾਦ ਪੁਰਖ ਮਨੋ ਪਿਵੰ। ਪਰਮ ਦਾ ਅਰਥ ਹੁੰਦਾ ਸ੍ਰੇਸ਼ਟ। ਪਰਮ ਆਦ, ਆਦ ਦਾ ਅਰਥ ਹੁੰਦਾ ਮੁੱਢ, ਪਰਮ ਦਾ ਅਰਥ ਹੈ ਸ੍ਰੇਸ਼ਟ। ਔਰ ਕਿ ਜੋ ਸਭ ਦਾ ਮੁੱਢ ਹੈ, ਸਭ ਤੋਂ ਉੱਚਾ ਹੈ। ਕਹਿਣ ਲੱਗੇ ਉਹ ਪਰਮਾਤਮਾ ਸਭ ਤੋਂ ਉੱਚੀ ਹਸਤੀ ਹੈ। ਪੁਰਖ ਮਨੋ ਪਿਵੰ, ਸਭ ਦਾ ਮੂਲ ਹੈ। ਪੁਰਖ ਦਾ ਅਰਥ ਹੁੰਦਾ ਸਾਰਿਆਂ ਵਿੱਚ ਵਿਆਪਕ ਹੈ। ਉਹ ਪਰਮਾਤਮਾ ਸਭ ਤੋਂ ਉੱਚੀ ਹਸਤੀ ਹੈ। ਪਰਮ ਆਦ, ਪਰਮ ਦਾ ਅਰਥ ਹੁੰਦਾ ਸਭ ਤੋਂ ਉੱਚਾ, ਆਦ ਦਾ ਅਰਥ ਹੈ ਮੁੱਢ, ਜਿਹੜਾ ਸਾਰਿਆਂ ਦਾ ਮੁੱਢ ਹੈ, ਜਿਹੜੀ ਸਭ ਤੋਂ ਉੱਚੀ ਹਸਤੀ ਵਾਲਾ ਹੈ। ਆਖਣ ਲੱਗੇ ਭਗਤ ਜੀ, ਉਸ ਸਭ ਤੋਂ ਉੱਚੀ ਹਸਤੀ ਵਾਲਾ ਪਰਮਾਤਮਾ, ਸਭ ਦਾ ਮੂਲ, ਸਭ ਵਿੱਚ ਵਿਆਪਕ ਜਿਹੜਾ ਪਰਮਾਤਮਾ ਹੈ, ਪਰਮਾਦ ਪੁਰਖ ਮਨੋ ਪਿਵੰ,
ਮਨੋ ਭਿਵੰ ਜਿਸ ਵਰਗਾ ਹੋਰ ਕੋਈ ਨਹੀਂ। ਜਿਹੜਾ ਮਨ ਨੂੰ ਪ੍ਰਭਾਵਿਤ ਕਰਨ ਵਾਲਾ ਹੈ, ਇਸ ਵਰਗੀ ਕੋਈ ਹੋਰ ਹਸਤੀ ਨਹੀਂ। ਸਤ ਦਾ ਅਰਥ ਹੁੰਦਾ ਹੈ ਸਦਾ ਸਿਰ ਰਹਿਣ ਵਾਲਾ। ਆਦਿ ਦਾ ਅਰਥ ਹੁੰਦਾ ਹੈ ਆਦਿਕ। ਇੱਥੇ ਪਹਿਲਾ ਜਿਹੜਾ ਪਰਮ ਆਦਿ ਹੈ ਉਹ ਮੁੱਢ ਵਾਸਤੇ ਆਇਆ ਹੈ। ਜਿਹੜਾ ਅਗਲਾ ਆਦਿ ਅੱਖਰ ਹੈ ਉਹ ਹੈ ਸਤ ਆਦਿ, ਸਦਾ ਥਿਰ ਰਹਿਣ ਵਾਲਾ। ਆਦਿ ਦਾ ਅਰਥ ਹੈ ਆਦਿਕ। ਉਸ ਵਰਗਾ ਪਾਓ ਕਿ ਜਿਹੜਾ ਪਰਮਾਤਮਾ ਉਸ ਵਰਗਾ ਆਦਿ, ਉਸ ਵਰਗਾ ਹੋਰ ਕੋਈ ਦੂਜਾ ਨਹੀਂ। ਸਦ ਆਦਿ ਪਾਹੁ ਰਤੰ, ਕਹਿਣ ਲੱਗੇ ਕਿ ਉਹ ਪਰਮਾਤਮਾ ਜਿਹੜਾ ਹੈ ਉਹ ਸਾਰੀ ਥਿਰਤਾ ਆਦਿਕ ਵਿੱਚ, ਸਾਰੇ ਗੁਣਾਂ ਦੇ ਵਿੱਚ ਉਹ ਮੌਜੂਦ ਹੈ। ਕੋਈ ਵੀ ਗੁਣ ਐਸਾ ਨਹੀਂ ਹੈ ਜਿਸ ਗੁਣ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਮੌਜੂਦ ਨਹੀਂ ਹੈ। ਇੱਕ ਤਾਂ ਇਹ ਸਮਝ ਲਓ ਕਿ ਸਤ ਆਦਿ, ਸਤ ਦਾ ਅਰਥ ਹੁੰਦਾ ਥਿਰ, ਸਦਾ ਥਿਰ ਰਹਿਣ ਵਾਲਾ। ਆਦਿ ਦਾ ਅਰਥ ਹੈ ਜਿਸ ਵਿੱਚ ਥਿਰਤਾ ਆਦਿਕ ਹੈ, ਪਾਓ ਕਿ ਉਸ ਵਰਗੇ ਦਾ ਦੂਜਾ ਕੋਈ ਹੋਰ ਨਹੀਂ ਹੈ ਜਿਹਦੇ ਅੰਦਰ ਥਿਰਤਾ ਹੋਵੇ, ਜਿਹੜਾ ਸਦੀਵ ਕਾਲੀ ਥਿਰ ਹੋਵੇ। ਜਿਹਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਭਗਤ ਜੈਦੇਵ ਜੀ ਕਹਿ ਰਹੇ ਨੇ ਕਿ ਉਹ ਪਰਮਾਤਮਾ ਸਦਾ ਥਿਰ ਰਹਿਣ ਵਾਲਾ ਹੈ। ਤੇ ਭਾਉ ਰਤੰ, ਸਾਰੇ ਗੁਣ। ਭਾਉ ਦਾ ਅਰਥ ਹੁੰਦਾ ਗੁਣ, ਰਤਨ ਦਾ ਅਰਥ ਹੈ ਰੱਤਾ ਹੋਇਆ। ਪਾਓ ਕਿ ਸਾਰੇ ਗੁਣਾਂ ਨਾਲ ਉਹ ਭਰਿਆ ਹੋਇਆ। ਸਾਰੇ ਗੁਣ ਉਸ ਪਰਮੇਸ਼ਰ ਦੇ ਵਿੱਚ ਮੌਜੂਦ ਨੇ, ਰੱਬ ਜੀ ਦੇ ਵਿੱਚ ਮੌਜੂਦ ਨੇ। ਜਿਹੜੀ ਵਾਹਿਗੁਰੂ ਜਿਹੜੀ ਹਸਤੀ ਹੈ ਨਾ, ਭਗਤ ਜੀ ਕਹਿ ਰਹੇ ਨੇ ਉਸ ਦੇ ਵਿੱਚ ਸਾਰੇ ਗੁਣ ਮੌਜੂਦ ਨੇ। ਅਗਲੇ ਵਚਨ ਕਰਦੇ ਨੇ, ਕਹਿੰਦੇ ਪਰਮਦ ਭੁਤੰ ਪਰਕ੍ਰਿਤ ਪਰੰ। ਪਰਮਦ ਭੁਤੰ ਦਾ ਅਰਥ ਹੈ, ਪਰਮ ਦਾ ਅਰਥ ਹੈ ਬਹੁਤ ਹੀ, ਤੇ ਅਦਭੁਤ ਦਾ ਅਰਥ ਹੁੰਦਾ ਅਚਰਜ। ਇਕੱਠਾ ਪਾਠ ਹੈ ਪਰਮਦ ਭੁਤੰ। ਇਹਦਾ ਅਰਥ ਹੈ ਉਹ ਪ੍ਰਭੂ ਬਹੁਤ ਹੀ ਅਚਰਜ ਰੂਪ ਹੈ, ਪਾਓ ਕਿ ਹੈਰਾਨ ਕਰ ਦੇਣ ਵਾਲਾ ਹੈ। ਵਿਸਮਾਦ ਸਰੂਪ ਹੈ। ਜਿਵੇਂ ਆਪਾਂ ਆਸਾ ਕੀ ਵਾਰ ਦੇ ਵਿੱਚ ਵਿਸਮਾਦ ਦਾ ਸ਼ਲੋਕ ਪੜ੍ਹਦੇ ਹਾਂ ਨਾ, ਉਸ ਪ੍ਰਥਾਏ ਭਗਤ ਜੀ ਨੇ ਇੱਥੇ ਸ਼ਬਦ ਵਰਤਿਆ ਹੈ ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ ਉਹ ਅਚਰਜ ਸਰੂਪ ਹੈ। ਪਰਮਦ ਭੁਤੰ, ਇਹ ਸਾਰੇ ਲਫ਼ਜ਼ ਔਖੇ ਨੇ ਕਿਉਂਕਿ ਸੰਸਕ੍ਰਿਤ ਦੇ ਲਫ਼ਜ਼ ਨੇ। ਪਰਕ੍ਰਿਤ, ਪ੍ਰਕ੍ਰਿਤ ਦਾ ਅਰਥ ਹੈ ਮਾਇਆ ਤੋਂ ਪਰੇ ਹੈ। ਪ੍ਰਕ੍ਰਿਤ ਪਰੰ, ਪ੍ਰਕ੍ਰਿਤ ਕਹਿੰਦੇ ਨੇ ਮਾਇਆ ਨੂੰ, ਪ੍ਰਕਿਰਤੀ ਨੂੰ, ਇਸ ਸੰਸਾਰ ਨੂੰ, ਇਸ ਕੁਦਰਤ ਨੂੰ। ਕੁਦਰਤ ਸਾਰਾ ਮਾਇਆ ਦਾ ਰੂਪ ਹੈ। ਉਹ ਜਿਹੜਾ ਪਰਮਾਤਮਾ ਹੈ ਇਸ ਕੁਦਰਤ ਵਿੱਚ ਰਹਿੰਦਾ ਹੋਇਆ ਵੀ ਇਸ ਮਾਇਆ ਤੋਂ ਪਰੇ ਹੈ। ਇਹਨੂੰ ਆਪਾਂ ਨਿਰੰਜਨ ਕਹਿੰਦੇ ਨੇ, ਮਾਇਆ ਦੀ ਕਾਲਖ ਤੋਂ ਰਹਿਤ। ਭਗਤ ਜੀ ਕਹਿੰਦੇ ਨੇ ਪਰਕ੍ਰਿਤ ਪਰੰ, ਜਿਹੜੀ ਉਸਨੇ ਕਿਰਤ ਬਣਾਈ ਹੈ, ਇਹ ਜਿਹੜੀ ਮਾਇਆ ਪੈਦਾ ਕੀਤੀ ਹੈ, ਇਸ ਮਾਇਆ ਨੂੰ ਪੈਦਾ ਕਰਕੇ ਮਾਇਆ ਵਿੱਚ ਖਚਿਤ ਨਹੀਂ ਹੈ, ਮਾਇਆ ਤੋਂ ਨਿਰਲੇਪ ਹੈ। ਫਿਰ ਕਹਿਣ ਲੱਗੇ ਜਦ ਚਿੰਤ ਸਰਵਗਤੰ, ਉਸ ਦਾ ਜਿਹੜਾ ਮੁਕੰਮਲ ਸਰੂਪ ਹੈ ਸੋਚ ਮੰਡਲ ਵਿੱਚ ਨਹੀਂ ਆ ਸਕਦਾ। ਚਿੰਤ ਦਾ ਅਰਥ ਹੁੰਦਾ ਹੈ ਚਿੰਤਨ, ਚਿੰਤ ਦਾ ਅਰਥ ਹੁੰਦਾ ਹੈ ਸੋਚ, ਵਿਚਾਰ ਮੰਡਲ। ਪਾਓ ਕਿ ਉਸ ਰੱਬ ਦੇ ਪੂਰਨ ਸਰੂਪ ਨੂੰ, ਮੁਕੰਮਲ ਰੂਪ ਨੂੰ ਅਸੀਂ ਆਪਣੇ ਸੋਚ ਮੰਡਲ ਵਿੱਚ ਨਹੀਂ ਲਾ ਸਕਦੇ ਵੀ ਰੱਬ ਜੀ ਕਿਤਨੇ ਕੁ ਵੱਡੇ ਹਨ, ਰੱਬ ਜੀ ਕਿੱਦਾਂ ਦੇ ਹਨ। ਭਗਤ ਜੀ ਕਹਿੰਦੇ ਨੇ ਜਦ ਚਿੰਤ ਸਰਵਗਤੰ, ਪਾਓ ਕਿ ਉਹ ਮੁਕੰਮਲ ਸਰੂਪ ਨੂੰ ਆਪਣੇ ਸੋਚ ਮੰਡਲ ਵਿੱਚ ਨਹੀਂ ਲਾ ਸਕਦੇ। ਸਰਵਗਤੰ, ਸਰਵ ਦਾ ਅਰਥ ਹੈ ਹਰ ਥਾਂ, ਗਤੰ ਦਾ ਅਰਥ ਹੁੰਦਾ ਅਪੜਿਆ ਹੋਇਆ, ਪਰ ਹੈ ਸਾਰੀਆਂ ਥਾਵਾਂ ਤੇ। ਪਾਓ ਕਿ ਕੋਈ ਵੀ ਥਾਂ ਐਸੀ ਨਹੀਂ ਹੈ ਜਿੱਥੇ ਅਕਾਲ ਪੁਰਖ ਵਾਹਿਗੁਰੂ ਨਹੀਂ ਹੈ, ਸਾਰੀ ਥਾਵਾਂ ਤੇ। ਸਰਵਗਤੰ ਦਾ ਅਰਥ ਹੈ ਹਰ ਇੱਕ ਥਾਂ ਤੇ ਅਪੜਿਆ ਹੋਇਆ। ਜਿਹਨੂੰ ਮਹਾਰਾਜ ਕਹਿੰਦੇ ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਨਹਾਰ, ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕ ਓਂਕਾਰ। ਸਾਰੇ ਪਸਾਰੇ ਵਿੱਚ ਪਸਰਿਆ ਹੋਇਆ। ਪਾਓਗੇ ਕੋਈ ਵੀ ਥਾਂ ਐਸੀ ਨਹੀਂ ਹੈ
ਜਿੱਥੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਅਪੜਿਆ ਹੋਇਆ ਨਹੀਂ ਹੈ, ਜਿੱਥੇ ਤੱਕ ਉਸ ਦੀ ਪਹੁੰਚ ਨਹੀਂ ਹੈ, ਐਸੀ ਕੋਈ ਵੀ ਥਾਂ ਭਗਤ ਜੀ ਕਹਿੰਦੇ ਨਹੀਂ ਹੈ, ਭਾਵ ਕਿ ਉਹ ਅਕਾਲ ਪੁਰਖ ਵਾਹਿਗੁਰੂ ਸਾਰੀਆਂ ਥਾਵਾਂ 'ਤੇ ਮੌਜੂਦ ਹੈ। ਦੂਜੇ ਪਦੇ ਵਿੱਚ ਫਿਰ ਵਿਆਖਿਆ ਕਰ ਰਹੇ ਨੇ, ਇੱਛਸ ਜਮਾਦ ਪਰਾ ਭਯੰ ਜਸ ਸਵਸਤ ਸੁਕ੍ਰਿਤ ਕਰਤੰ। ਆਖਣ ਲੱਗੇ ਇੱਛਸ, ਇੱਛਸ ਦਾ ਅਰਥ ਹੈ ਜੋ ਤੂੰ ਚਾਹੁੰਦਾ ਹੈ, ਭਾਵ ਜੋ ਤੂੰ ਜਮ ਆਦਿਕ ਨੂੰ ਜਿਤਨਾ ਚਾਹੁੰਦਾ ਹੈ। ਇੱਛਸ ਜਮਾਦ, ਜਮਾਦ ਦਾ ਅਰਥ ਹੈ ਜਮ ਆਦਿਕ, ਜਮ ਪਲਸ ਆਦ, ਭਾਵ ਕਿ ਜੋ ਤੂੰ ਜਮ ਆਦਿਕ ਨੂੰ ਜਿਤਨਾ ਚਾਹੁੰਦਾ ਹੈ, ਤੇਰੀ ਇੱਛਾ ਹੈ ਕਿ ਮੈਂ ਉਹਨਾਂ ਨੂੰ ਜਿੱਤ ਲਵਾਂ। ਪਰਾਪਹੰ, ਪਰਾਪਹੰ ਦਾ ਜੋ ਤੂੰ ਸੋਭਾ ਤੇ ਸੁਖ ਚਾਹੁੰਦਾ ਹੈ ਸੰਸਾਰ ਦੇ ਵਿੱਚ, ਜੋ ਤੂੰ ਜਸ ਚਾਹੁੰਦਾ, ਪਰਾਪਹੰ ਜਸ, ਤੂੰ ਜਸ ਚਾਹੁੰਦਾ ਹੈ। ਸਵਸਤ, ਸਵਸਤ ਦਾ ਅਰਥ ਹੁੰਦਾ ਕਲਿਆਣ ਤੇ ਸੁਖ, ਕਿ ਮਨੁੱਖ ਜੋ ਕਲਿਆਣ ਚਾਹੁੰਦਾ ਹੈ, ਸੁਖ ਚਾਹੁੰਦਾ ਹੈ। ਤੇ ਸੁਕ੍ਰਿਤ, ਸੁਕ੍ਰਿਤ ਦਾ ਅਰਥ ਹੈ ਭਲਾਈ, ਨੇਕ ਕੰਮ। ਕਹਿਣ ਲੱਗੇ ਜੇ ਤੂੰ ਚਾਹੁੰਦਾ ਹੈ ਕਿ ਜਮ ਆਦਿਕ ਨੂੰ ਜਿੱਤਣਾ ਚਾਹੁੰਦਾ, ਜੇ ਤੂੰ ਸੋਭਾ ਤੇ ਸੁਖ ਚਾਹੁੰਦਾ ਤਾਂ ਸ਼ੁਭ ਕਾਰਜ ਕਰ, ਉਸ ਪ੍ਰਭੂ ਦੀ ਸ਼ਰਨ ਪਾਓ ਤੇ ਜੋ ਸਭ ਨੂੰ ਨਾਸ ਕਰਨ ਦੇ ਸਮਰੱਥ ਅਕਾਲ ਪੁਰਖ ਵਾਹਿਗੁਰੂ ਹੈ। ਅਸੀਂ ਚਾਹੁੰਦੇ ਤਾਂ ਵੀ ਜਮਾਂ ਦਾ ਡਰ ਵੀ ਮੁੱਕ ਜਾਏ, ਮੇਰੇ ਘਰ 'ਚ ਸਾਰੇ ਸੁੱਖ ਵੀ ਆ ਜਾਣ, ਮੈਂ ਸਵਸਥ ਵੀ ਹੋਵਾਂ। ਤਾਂ ਮਾਲਕ ਨੇ ਫਿਰ ਤੈਨੂੰ ਇੱਕ ਕੰਮ ਕਰਨਾ ਪੈਣਾ, ਸੁਕ੍ਰਿਤ। ਸੁਕ੍ਰਿਤ ਦਾ ਅਰਥ ਹੈ ਭਲਾਈ ਦਾ ਕੰਮ, ਨੇਕ ਕੰਮ, ਨੇਕ ਕਿਰਤ। ਚਾਹੁੰਦੇ ਅਸੀਂ ਸੁੱਖ ਹਾਂ, ਚਾਹੁੰਦੇ ਹਾਂ ਕਿ ਜਮ ਆਦਿਕ ਨੂੰ ਜਿੱਤ ਲਈਏ, ਸਾਰੇ ਸੁੱਖ ਤੇ ਸ਼ਾਂਤੀ ਸਾਨੂੰ ਪ੍ਰਾਪਤ ਹੋ ਜਾਵੇ, ਸ਼ੋਭਾ ਤੇ ਵਡਿਆਈ ਮਿਲੇ, ਸਾਰੇ ਕਾਰਜ ਸਾਡੇ ਸਿੱਧ ਹੋ ਜਾਣ। ਤਾਂ ਭਗਤ ਜੈਦੇਵ ਜੀ ਕਹਿੰਦੇ ਫਿਰ ਤੈਨੂੰ ਇਹ ਕਰਨਾ ਪਏਗਾ ਕਿ ਤੈਨੂੰ ਜੀਵਨ ਦੇ ਅੰਦਰ ਭਲੇ ਕੰਮ ਕਰਨੇ ਪੈਣੇ ਹਨ, ਉਹਦੀ ਸ਼ਰਨ ਵਿੱਚ ਪੈਣਾ ਰੱਬ ਜੀ ਦੀ। ਕੱਲਾ ਇਹ ਨਹੀਂ ਵੀ ਭਲੇ ਕੰਮ, ਨਾਲ ਪ੍ਰਭੂ ਦੀ ਸ਼ਰਨ ਵਿੱਚ ਪੈਣ ਦਾ ਅਰਥ ਹੈ ਕਿ ਉਹਦੀ ਰਜਾ ਵਿੱਚ ਰਹਿਣਾ ਪੈਣਾ, ਜਿਹੜਾ ਕਿ ਪਰਾਭੰਗ ਦਾ ਅਰਥ ਹੈ ਕਿ ਜਿਹੜਾ ਸਾਰੇ ਸੰਸਾਰ ਨੂੰ ਨਾਸ਼ ਕਰਨ ਦੇ ਸਮਰੱਥ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਤੈਨੂੰ ਰਹਿਣਾ ਪੈਣਾ ਤੇ ਤੈਨੂੰ ਨੇਕ ਕਰਮ ਕਰਨਾ ਪੈਣਾ, ਤਾਂ ਤੈਨੂੰ ਸੁੱਖ ਵੀ ਮਿਲ ਜਾਏਗਾ, ਤੈਨੂੰ ਸ਼ੋਭਾ ਵੀ ਮਿਲ ਜਾਏਗੀ, ਤੇਰੇ ਜੀਵਨ ਵਿੱਚ ਤੈਨੂੰ ਕਲਿਆਣ ਆਦਿਕ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ। ਜਮ ਜਿਹੜੇ ਨੇ ਜਿਨ੍ਹਾਂ ਨੂੰ ਤੂੰ ਤੇਰੀ ਇੱਛਾ ਹੈ ਕਿ ਵਸ ਵਿੱਚ ਕਰ ਲਵਾਂ, ਇਹ ਵੀ ਵਸ ਵਿੱਚ ਹੋ ਜਾਣਗੇ। ਜਿਹਨੂੰ ਮਾਰ ਕਹਿੰਦੇ ਸੰਤੋ ਰਾਮ ਨਾਮ ਨਿਸਤਰੀਐ, ਉਠਤ ਬੈਠਤ ਹਰ ਹਰ ਧਿਆਈਐ, ਅੰਦਿਨ ਸੁਕ੍ਰਿਤ ਕਰੀਐ। ਭਲਾਈ ਦਾ ਕੰਮ ਗੁਰਮਤਿ ਵਿੱਚ ਇਸ ਕਰਕੇ ਜਦੋਂ ਕਿਰਤ ਬਾਰੇ ਗੱਲ ਕੀਤੀ ਨਾ ਸਤਿਗੁਰਾਂ ਨੇ, ਤਾਂ ਸਿੱਖਾਂ ਨੂੰ ਦਸਾਂ ਨੋਹਾਂ ਦੀ ਕਿਰਤ, ਸੁਕ੍ਰਿਤ ਕਿਰਤ ਵਾਸਤੇ ਪ੍ਰੇਰਨਾ ਕੀਤੀ। ਕਿਤੇ ਵੀ ਗੁਰਬਾਣੀ ਵਿੱਚ ਦੁਕ੍ਰਿਤ ਕਿਰਤ ਵਾਸਤੇ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਨਹੀਂ ਕਿਹਾ, ਹਰ ਥਾਂ ਤੇ ਸੁਕ੍ਰਿਤ ਕਰਨ ਵਾਸਤੇ ਕਿਹਾ। ਪਰ ਇੱਥੇ ਜਿਹੜਾ ਸੁਕ੍ਰਿਤ ਅੱਖਰ ਆਇਆ ਨਾ, ਉਹ ਆਇਆ ਪਰਮਾਤਮਾ ਦੀ ਸਿਫਤ ਸਲਾਹ ਵਾਸਤੇ। ਸੰਤੋ ਰਾਮ ਨਾਮ ਨਿਸਤਰੀਐ, ਉਠਤ ਬੈਠਤ ਹਰ ਹਰ ਧਿਆਈਐ, ਅੰਦਿਨ ਸੁਕ੍ਰਿਤ ਕਰੀਏ, ਦਿਨ ਰਾਤ ਪਰਮਾਤਮਾ ਦੀ ਸਿਫਤ ਸਲਾਹ ਕਰੀਏ। ਇੱਥੇ ਸੁਕ੍ਰਿਤ ਦਾ ਅਰਥ ਕੀ ਹੈ? ਸਿਫਤ ਸਲਾਹ ਲਈ ਹੈ। ਜਦੋਂ ਆਪਾਂ ਪੜ੍ਹਦੇ ਹਾਂ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ, ਸੰਤ ਦਾ ਅਰਥ ਹੈ ਜਿਹੜਾ ਰੱਬ ਦਾ ਪਿਆਰਾ ਹੈ, ਪਰ ਇੱਥੇ ਸੰਤ ਜਿਹੜਾ ਕੀ ਹੈ, ਉਹ ਸੰਤ ਸ਼ੁਭ ਗੁਣ ਨੇ। ਪਾਓ ਕਿ ਜੇ ਤੂੰ ਸ਼ਿਵ ਸਲਾਹ ਦੇ ਮਾਰਗ 'ਤੇ ਚੱਲਣਾ ਚਾਹੁੰਦਾ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ, ਧਰਮ ਦੀ ਇਸ ਪੌੜੀ ਦੇ ਚੜ੍ਹਨਾ ਚਾਹੁੰਦਾ। ਧਰਮ ਪੌੜੀ ਕੀ ਹੈ? ਸ਼ਿਵ ਸਲਾਹ ਦੀ ਪੌੜੀ, ਵਡਿਆਈ ਦੀ ਪੌੜੀ, ਪਰਮਾਤਮਾ ਦੇ ਨੇਕ ਕੰਮਾਂ ਵਾਲੇ ਪਾਸੇ ਚੱਲਣਾ ਪੈਣਾ ਤੈਨੂੰ। ਪਰ ਇਹ ਜਿਹੜੀ ਪੌੜੀਆਂ ਨੇ ਨਾ, ਕੋ ਵਡਭਾਗੀ ਪਾਏ ਹੈ ਮਹਾਰਾਜ ਕਹਿੰਦੇ।
कई बारी ना आप सोचते भी शायद जो संत का मार्ग आया तो आप कई बार भुलेखे विच आ जाते भी शायद ਜਿਹੜੇ ਲੋਕਾਂ ਨੂੰ ਸੰਤ ਕਹਿੰਦੇ ਨੇ ਤੇ ਉਹ ਜਿਹੜੀਆਂ ਗੱਲਾਂ ਕਰਦੇ ਨੇ ਉਹਨਾਂ ਦੇ ਪਿੱਛੇ ਸ਼ਾਇਦ ਚੱਲਣਾ। ਜਿਹੜੀ ਮਨ ਘੜਤ ਕਹਾਣੀਆਂ ਸੁਣਾਈ ਜਾਂਦੇ ਨੇ, ਮਨ ਘੜਤ ਸਾਖੀਆਂ ਸੁਣਾਈ ਜਾਂਦੇ ਨੇ, ਕਈ ਵਾਰੀ ਬੰਦਾ ਸੋਚਦਾ ਵੀ ਸ਼ਾਇਦ ਉਹਨਾਂ ਬਾਰੇ ਗੱਲ ਚੱਲ ਰਹੀ ਹੈ, ਪਰ ਗੱਲ ਤਾਂ ਉੱਥੇ ਕੁਝ ਹੋਰ ਚੱਲ ਰਹੀ ਹੈ। ਉੱਥੇ ਉਹ ਗੱਲ ਨਹੀਂ ਚੱਲ ਰਹੀ, ਉੱਥੇ ਗੱਲ ਰੱਬੀ ਗੁਣਾਂ ਦੀ ਚੱਲ ਰਹੀ ਹੈ ਕਿ ਰੱਬੀ ਗੁਣ ਜਿਹੜੇ ਨੇ, ਜਿਹੜੇ ਸੰਤ ਅਸਲ ਵਿੱਚ ਜਦੋਂ ਆਪਾਂ ਕਹਿੰਦੇ ਵੀ ਸੰਤਾਂ ਨਾਲ ਵੈਰ ਕਮਾਉਣ ਦੇ, ਦੁਸ਼ਟਾਂ ਨਾਲ ਮੋਹ ਪਿਆਰ, ਇਹ ਪੰਕਤੀਆਂ ਕਈ ਵਾਰੀ ਮੈਂ ਦੇਖਦਾ ਕਿ ਲੋਕ ਬੜੀਆਂ ਉੱਚੀ ਉੱਚੀ ਪੜ੍ਹਦੇ ਨੇ, ਧਾਰਨਾ ਬਣਾ ਕੇ ਪੜ੍ਹਦੇ ਲੋਕ ਵੀ ਸੰਤਾਂ ਨਾਲ ਵੈਰ ਕਮਾਉਂਦੇ, ਪਰ ਜਦੋਂ ਗੁਰਬਾਣੀ ਨੂੰ ਆਪਾਂ ਡੀਪਲੀ ਜਾ ਕੇ ਪੜ੍ਹਾਂਗੇ ਉੱਥੇ ਸੰਤ ਦਾ ਅਰਥ ਹੈ ਸ਼ੁਭ ਗੁਣ, ਸਤ, ਸੰਤੋਖ, ਦਇਆ, ਧਰਮ ਤੇ ਖਿਮਾ। ਉਹਨਾਂ ਨਾਲ ਅਸੀਂ ਵੈਰ ਕਰਦੇ ਹਾਂ। ਦੁਸ਼ਟਾਂ ਨਾਲ ਮੋਹ ਪਿਆਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਹੜੇ ਦੁਸ਼ਟ ਨੇ ਉਹਨਾਂ ਨਾਲ ਸਾਡਾ ਮੋਹ ਪਿਆਰ ਹੈ, ਨੇੜਤਾ ਸਾਡੀ, ਉਹ ਸਾਨੂੰ ਚੰਗੇ ਲੱਗਦੇ, ਤੇ ਜਿਹੜੇ ਸ਼ੁਭ ਗੁਣ ਨੇ ਉਹਨਾਂ ਨੂੰ ਅਸੀਂ ਤਿਆਗੀ ਜਾਂਦੇ ਜੀਵਨ 'ਚੋਂ। ਜਿਵੇਂ ਜਿਵੇਂ ਆਪਾਂ ਗੁਰਮਤਿ ਦੀ ਵਿਆਖਿਆ ਨੂੰ ਦੇਖਾਂਗੇ, ਵਿਆਖਿਆ ਪ੍ਰਣਾਲੀ ਨੂੰ ਵੇਖਾਂਗੇ, ਤੇ ਉੱਥੇ ਜਾ ਕੇ ਪਤਾ ਲੱਗਦਾ ਵੀ ਕਈ ਥਾਵਾਂ 'ਤੇ ਸਰੀਰਾਂ ਦੀ ਗੱਲ ਚੱਲੀ ਨਹੀਂ ਰਹੀ, ਉੱਥੇ ਰੱਬੀ ਗੁਣਾਂ ਦੀ ਗੱਲ ਚੱਲ ਰਹੀ ਹੈ, ਪਰਮੇਸ਼ਰ ਦੇ ਗੁਣਾਂ ਦੀ ਗੱਲ ਚੱਲ ਰਹੀ ਹੈ। ਇੱਥੇ ਵੀ ਭਗਤ ਜੀ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਮਨੁੱਖ ਜੇ ਤੂੰ ਚਾਹੁੰਦਾ ਕਿ ਜਮ ਆਦਿਕ ਨੂੰ ਜਿੱਤਣਾ ਚਾਹੁੰਦਾ, ਸੋਭਾ ਤੇ ਸੁਖ ਚਾਹੁੰਦਾ, ਤਾਂ ਤੂੰ ਸ਼ੁਭ ਕਾਰਜ ਕਰ, ਉਸ ਪ੍ਰਭੂ ਦੀ ਸ਼ਰਨ ਪਾਓ ਜੋ ਸਭ ਨੂੰ ਨਾਸ਼ ਕਰਨ ਦੇ ਸਮਰੱਥ ਹੈ, ਤੇ ਤੂੰ ਸੁਕਰਿਤ ਕਰ, ਨੇਕ ਕਮਾਈ, ਆਪਣੇ ਜੀਵਨ ਨੂੰ ਨੇਕ ਕਮਾਈ ਵਾਲੇ ਪਾਸੇ ਲਾ ਲੈ, ਨੇਕ ਜੀਵਨ ਬਣਾ। ਨੇਕ ਜੀਵਨ ਕਿੱਦਾਂ ਦਾ ਹੁੰਦਾ ਹੈ, ਭਲਾਈ ਵਾਲਾ ਜੀਵਨ ਕਿੱਦਾਂ ਦਾ ਹੁੰਦਾ ਹੈ। ਇੱਕ ਵਿਦਵਾਨ ਲਿਖਦਾ ਹੈ, ਕਹਿੰਦੇ ਨੇ ਸੰਸਾਰ ਦੇ ਵਿੱਚ ਬੁਰਿਆਂ ਨਾਲ ਕਰਨ ਬੁਰਿਆਈ, ਬਖਸ਼ ਦੇਣ ਕਈ ਸਿਆਣੇ। ਕਹਿੰਦੇ ਬੁਰੇ ਬੰਦਿਆਂ ਨਾਲ ਬੁਰਾ ਕਰਨਾ, ਤੇ ਕਈ ਸਿਆਣੇ ਬੰਦੇ ਕਹਿੰਦੇ ਤੂੰ ਚੰਗਾ ਕੀਤਾ। ਇੱਕ ਬੱਚੇ ਨੇ ਕੋਈ ਗਲਤੀ ਕੀਤੀ, ਦੂਜਾ ਬੱਚਾ ਜੇ ਸਾਡਾ ਹੋਵੇ ਔਰ ਕੁੱਟ ਕੇ ਆ ਜਾਏ, ਤੇ ਅਸੀਂ ਆਪਣੇ ਬੱਚੇ ਨੂੰ ਸ਼ਾਬਾਸ਼ੀ ਦਿੰਦੇ, ਤੂੰ ਬੜਾ ਚੰਗਾ ਕੰਮ ਕੀਤਾ। ਬੜੇ ਧਿਆਨ ਨਾਲ ਗੱਲ ਨੂੰ ਸੁਣਨਾ। ਬੁਰਾਈਆਂ ਨਾਲ ਕਰਨ ਬੁਰਿਆਈ, ਬਖਸ਼ ਦੇਣ ਕਈ ਸਿਆਣੇ। ਕਹਿੰਦੇ ਬੁਰਾਈਆਂ ਨਾਲ ਭਲਾਈ ਕਰਨੀ, ਇਹ ਗੁਰੂ ਨਾਨਕ ਦੀ ਸ਼ਾਨ ਹੈ। ਜਿਨ੍ਹਾਂ ਨੇ ਬੁਰਾ ਕੀਤਾ, ਗੁਰੂ ਨਾਨਕ ਨੇ ਉਹਨਾਂ ਦਾ ਵੀ ਭਲਾ ਕੀਤਾ, ਇਹ ਗੁਰੂ ਨਾਨਕ ਦੀ ਸ਼ਾਨ ਹੈ। ਇਹਨੂੰ ਕਹਿੰਦੇ ਨੇਕ ਕੰਮ ਕਰਨਾ। ਜਿਨ੍ਹਾਂ ਨੇ ਕਿਹਾ ਪੱਥਰ ਮਾਰੇ, ਨਗਰ 'ਚ ਨਹੀਂ ਵੜਨ ਦਿੱਤਾ, ਉਹਨਾਂ ਨੂੰ ਕਹਿ ਦਿੱਤਾ ਬਸੇ ਰਹੋ। ਮਰਦਾਨਾ ਬੜਾ ਹੈਰਾਨ ਹੈ। ਜਿਨ੍ਹਾਂ ਨੇ ਰਜਾਈ ਤਲਾਈ ਦਿੱਤੀ, ਸੇਵਾ ਕੀਤੀ, ਪ੍ਰਸਾਦਾ ਛਕਾਇਆ, ਉਹਨਾਂ ਨੂੰ ਕਿਹਾ ਉਜੜ ਜਾਓ। ਹੋਰ ਜ਼ਿਆਦਾ ਹੈਰਾਨ ਹੋ ਗਿਆ ਵੀ ਮਹਾਰਾਜ ਇਹ ਕੀ। ਮੈਂ ਤਾਂ ਬੜਾ ਅਚੰਭਿਤ ਹਾਂ ਇਸ ਗੱਲ ਤੋਂ। ਜਿਹੜੇ ਮਾੜੇ ਬੰਦੇ ਸੀ ਉਹਨਾਂ ਨੂੰ ਤੁਸੀਂ ਕਹਿ ਦਿੱਤਾ, ਉਹਨਾਂ ਨੂੰ ਵਰ ਦੇ ਦਿੱਤਾ, ਕਿਉਂਕਿ ਮਰਦਾਨੇ ਦੀ ਨਜ਼ਰ 'ਚ ਉਹ ਵਰ ਤੇ ਸ਼ਰਾਬ ਨੇ। ਦੇਖੋ, ਪਰ ਗੁਰਮਤਿ ਵਰ ਤੇ ਸ਼ਰਾਬ ਨੂੰ ਮੰਨਦੀ ਨਹੀਂ ਹੈ, ਇਹ ਤਾਂ ਉੱਪਰ ਉੱਠ ਕੇ ਗੱਲ ਕਰਦੀ ਹੈ। ਮਹਾਰਾਜ ਇਹ ਤੁਸੀਂ ਕੀ ਕੀਤਾ? ਜਿਹੜੇ ਲੋਕ ਸਾਡੇ ਨਾਲ ਗਲਤ ਵਿਵਹਾਰ ਕੀਤਾ, ਜਿਨ੍ਹਾਂ ਨੇ, ਜਿਹੜੇ ਨੇਕ ਬੰਦੇ ਨਹੀਂ ਸਨ, ਤੇ ਉਹਨਾਂ ਨੂੰ ਤੁਸੀਂ ਕਹਿ ਕੇ ਆਏ ਹੋ ਵਸੇ ਰਹੋ। ਅੱਜ ਤੱਕ ਤਾਂ ਇਹ ਸੁਣਿਆ ਸੀ ਵੀ ਚੰਗੇ ਬੰਦੇ ਨੂੰ ਕਿਹਾ ਜਾਂਦਾ ਤੁਸੀਂ ਵਸੇ ਰਹੋ, ਵੱਧਦੇ ਫੁੱਲਦੇ ਰਹੋ, ਇੱਦਾਂ ਕਿਹਾ ਜਾਂਦਾ। ਪਰ ਅੱਜ ਤਾਂ ਹੈਰਾਨੀ ਦੀ ਗੱਲ ਹੋ ਗਈ, ਹੱਦ ਹੀ ਹੋ ਗਈ। ਤੇ ਮਹਾਰਾਜ ਤੁਸੀਂ ਇਹ ਕੀ ਕੀਤਾ? ਜਿਹੜੇ ਬੰਦੇ ਨੇ ਐਡੀ ਸੇਵਾ ਕੀਤੀ, ਸਾਡੀ ਸਤਿਕਾਰ ਕੀਤਾ, ਪਿਆਰ ਕੀਤਾ, ਉਹਨਾਂ ਨੂੰ ਕਿਹਾ ਉਜੜ ਜਾਓ। ਮਹਾਰਾਜ ਰਮਜ ਅੱਜ ਸਮਝ ਨਹੀਂ ਆਈ। ਭਾਈ ਮਰਦਾਨਾ ਸਾਹਮਣੇ ਖੜ ਗਿਆ, ਮਹਾਰਾਜ ਨੂੰ ਪੁੱਛਦਾ ਪਹਿਲਾਂ ਰਮਜ ਦੱਸੋ, ਫਿਰ ਅੱਗੇ ਚਲਾਂਗੇ ਆਪਾਂ। ਮਹਾਰਾਜ ਕਹਿੰਦੇ ਰਮਜ ਕੋਈ ਨਹੀਂ ਭਾਈ ਮਰਦਾਨਾ, ਛੋਟੀ ਜਿਹੀ ਗੱਲ ਹੈ। ਜਿਹੜੇ ਬਦਬੂ ਦਾ ਢੇਰ ਹੁੰਦਾ, ਇੱਕ ਗੱਲ ਦੱਸੋ, ਢੱਕਿਆ ਚੰਗਾ ਜਾਂ ਉਸ ਨੂੰ ਫੋਲਣਾ ਚੰਗਾ? ਪਰ ਮਰਦਾਨਾ ਕਹਿੰਦਾ ਕਿ ਮਹਾਰਾਜ ਉਹ ਤੇ ਢੱਕਿਆ ਚੰਗਾ, ਬਸ ਇਤਨੀ ਤਾਂ ਗੱਲ ਅਸੀਂ ਕੀਤੀ ਹੈ। ਜਿਹੜਾ ਬਦਬੂ ਦਾ ਢੇਰ ਸੀ ਕਿਹਾ ਵੀ ਇੱਥੇ ਹੀ ਬਸ ਰਹਿ, ਤੂੰ ਅੱਗੇ ਨਾ ਜਾਈਂ, ਖਿਲਾਰਾ ਨਾ ਖਿਲਰੇ, ਉੱਥੇ ਹੀ ਦੱਬਿਆ ਰਵੇ। ਤੇ ਜਿਹੜੇ ਸੁਗੰਧੀ ਸੀ ਤੇ ਉਹਨੂੰ ਅਸੀਂ ਕਹਿ ਦਿੱਤਾ ਵੀ ਤੂੰ ਖਿਲਰ ਜਾ, ਸੁਗੰਧੀ ਜਿੱਥੇ ਵੀ ਜਾਏਗੀ ਉੱਥੇ ਸੁਗੰਧੀ ਵੰਡੇਗੀ, ਜਿੱਥੇ ਬਦਬੂ ਦਾ ਢੇਰ ਹੈ ਉਹ ਬਦਬੂ ਜਿੱਥੇ ਵੀ ਜਾਏਗੀ ਉੱਥੇ ਬਦਬੂ ਹੀ ਆਉਣੀ ਹੈ। ਇਤਨੀ ਜਿਹੀ ਤਾਂ ਗੱਲ ਹੈ ਸਾਰੀ, ਹੋਰ ਕੋਈ ਵੱਡੀ ਗੱਲ ਤਾਂ ਅਸੀਂ ਕੀਤੀ ਨਹੀਂ।
ਵੀ ਕੋਈ ਬਹੁਤ ਵੱਡੀ ਗੱਲ ਹੋਵੇ ਜਿਹੜੀ ਗੱਲ ਤੇਰੇ ਸਮਝ ਵਿੱਚ ਨਹੀਂ ਆਈ ਭਾਈ ਮਰਦਾਨਾ। ਇਹ ਤਾਂ ਗੱਲ ਸਿਰਫ ਇਤਨੀ ਸੀ ਕਿ ਉਹ ਲੋਕ ਮਾੜੇ ਸਨ, ਉਹ ਨੇਕ ਕਰਮ ਕਰਨ ਵਾਲੇ ਨਹੀਂ ਸਨ, ਉਹ ਭਲਾਈ ਦੇ ਮਾਰਗ 'ਤੇ ਚੱਲਣ ਵਾਲੇ ਨਹੀਂ ਸਨ। ਉਹ ਜਿੱਥੇ ਵੀ ਜਾਂਦੇ ਉਹਨਾਂ ਨੇ ਬੁਰਾਈ ਹੀ ਕਰਨੀ ਸੀ। ਐਸੇ ਹੀ ਲੋਕਾਂ ਨੂੰ ਆਪਣੇ ਵਰਗੀ ਸੰਗਤ ਦੇ ਕੇ ਆਪਣੇ ਵਰਗੇ ਬਣਾਉਣਾ ਸੀ। ਇਸ ਕਰਕੇ ਅਸੀਂ ਕਿਹਾ ਤੁਸੀਂ ਇੱਥੇ ਹੀ ਰਹੋ। ਅਤੇ ਜਿਹੜੇ ਚੰਗੇ ਬੰਦੇ ਸਨ ਜਿਨ੍ਹਾਂ ਨੇ ਆਓ ਭਗਤ ਕੀਤੀ, ਸੇਵਾ ਕੀਤੀ, ਉਹ ਜਿੱਥੇ ਵੀ ਦੁਨੀਆ ਵਿੱਚ ਜਾਣਗੇ ਉੱਥੇ ਸੇਵਾ ਸਿਖਾਉਣਗੇ, ਲੋਕਾਂ ਨੂੰ ਸੁਕਰਿਤ ਸਿਖਾਉਣਗੇ, ਨੇਕੀ ਦਾ ਕੰਮ ਸਿਖਾਉਣਗੇ। ਅੱਜ ਤੁਸੀਂ ਦੇਖਦੇ ਹੋ ਨਾ ਸਾਰੀ ਦੁਨੀਆ 'ਚ ਲੰਗਰ ਲੱਗਦੇ ਨੇ, ਦੂਜੇ ਧਰਮ ਵਾਲੇ ਦੇਖ ਕੇ ਲਾਈ ਜਾਂਦੇ ਨੇ। ਕਿੰਨੇ ਫੈਲਾਈ ਇਹ ਗੱਲ? ਸਿੱਖੀ ਵਿੱਚੋਂ ਖੁਸ਼ਬੂ ਗਈ ਨਾ ਇਹ। ਮੈਂ ਕੱਲ੍ਹ ਇੱਕ ਘਟਨਾ ਸੁਣ ਰਿਹਾ ਸੀਗਾ, ਪਿੱਛੇ ਜਦੋਂ ਆਸਟ੍ਰੇਲੀਆ ਦੇ ਵਿੱਚ ਅੱਗ ਲੱਗੀ ਸੀ ਨਾ, ਉਸ ਵੇਲੇ ਦੀ ਇੱਕ ਘਟਨਾ ਮੈਂ ਕਿਸੇ ਕੋਲੋਂ ਸੁਣ ਰਿਹਾ ਸੀ। ਅਤੇ ਉਹ ਇੱਕ ਅੰਗਰੇਜ਼ਨ ਸੀ ਅਤੇ ਉਸਦੇ ਕੋਲੋਂ ਉੱਥੇ ਪਾਣੀ ਨਹੀਂ ਸੀ ਔਰ ਸਰਕਾਰ ਪਾਣੀ ਪਹੁੰਚਾ ਨਹੀਂ ਸੀ ਰਹੀ। ਅਤੇ ਇੱਕ NGO ਚੱਲਦਾ ਹੈ ਗੁਰਸਿੱਖਾਂ ਦਾ, ਉਹ ਸਾਰੇ ਇਕੱਠੇ ਹੋਏ, ਉਹਨਾਂ ਨੇ ਪ੍ਰਬੰਧ ਕੀਤਾ ਅਤੇ ਉੱਥੇ ਪਾਣੀ ਪਹੁੰਚਾ ਦਿੱਤਾ। ਅਤੇ ਉਹ ਪੁੱਛਣ ਲੱਗੀ ਵੀ ਤੁਹਾਨੂੰ ਕੀ, ਵੀ ਤੁਸੀਂ ਪਾਣੀ ਪਹੁੰਚਾਇਆ, ਬਦਲੇ 'ਚ ਕੀ ਚਾਹੀਦਾ? ਕਹਿੰਦੇ ਕੁਛ ਨਹੀਂ, ਬਸ ਸੇਵਾ ਕੀਤੀ ਹੈ। ਉਹ ਕਹਿੰਦੇ ਵੀ ਜਿਹੜਾ ਪਰਉਪਕਾਰ ਉਹ ਇੱਦਾਂ ਤਾਂ ਹੁੰਦਾ ਹੀ ਨਹੀਂ, ਉਹਦੇ ਪਿੱਛੇ ਤਾਂ ਕੋਈ ਲਾਲਸਾ ਹੁੰਦੀ ਹੈ। ਸਾਡੇ ਇੱਥੇ ਜੋ ਪਰਉਪਕਾਰ ਦੀ ਭਾਵਨਾ ਉਹਦੇ ਵਿੱਚ ਇਹ ਤਾਂ 40-60 ਦੀ ਤਾਂ ਹੈਗੀ ਭਾਵਨਾ, ਵੀ 40% ਨਿਸ਼ਕਾਮ ਨੇ, 60% ਕੁਝ ਚਾਹੀਦਾ। ਪਰ ਤੁਸੀਂ ਕਹਿੰਦੇ 100% ਵੀ ਕੁਛ ਨਹੀਂ ਚਾਹੀਦਾ, ਵੀ ਅਸੀਂ ਤਾਂ ਸੇਵਾ ਕਰਨ ਵਾਸਤੇ ਆਏ ਹਾਂ। ਇਹ ਤਾਂ ਸਰਕਾਰ ਵੀ ਨਹੀਂ ਕਰਦੀ ਇੱਥੇ। ਕਹਿੰਦੇ ਅਸੀਂ ਬੜਾ ਸਮਝਾਉਣ ਦਾ ਯਤਨ ਕੀਤਾ ਵੀ ਅਸੀਂ ਕਿੱਦਾਂ ਸਮਝਾਈਏ ਇਸ ਬੀਬੀ ਨੂੰ, ਅੰਗਰੇਜ਼ਨ ਸੀ, ਵੀ ਕਿੱਦਾਂ ਸਮਝਾਈਏ ਵੀ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਮਿਸ਼ਨ ਦੁਨੀਆ ਨੂੰ ਦਿੱਤਾ ਹੈ ਕਿ ਲੋੜਵੰਦ ਦੀ ਸੇਵਾ ਕਰਨੀ। ਸਾਡੇ ਕੋਲ ਕਹਿੰਦੇ ਲਫ਼ਜ਼ ਨਹੀਂ ਸਨ, ਅਸੀਂ ਉਹਨੂੰ ਸਮਝਾਉਂਦੇ ਕਿਵੇਂ? ਆਖਰ ਇਤਨਾ ਤਾਂ ਸਮਝਾ ਦਿੱਤਾ ਕਿ ਸਾਡੇ ਅੰਦਰ ਇੱਕ ਭਾਵਨਾ ਮਨੁੱਖਤਾ ਦੇ ਪ੍ਰਤੀ, ਸਾਡੇ ਅੰਦਰ ਇੱਕ ਦਰਦ ਹੈ, ਇੱਕ ਪੀੜਾ ਹੈ। ਪਰ ਜਿਤਨਾ ਸਾਨੂੰ ਸਮਝਾਉਣਾ ਚਾਹੀਦਾ ਸੀ ਉਹ ਅਸੀਂ ਸਮਝਾ ਨਹੀਂ ਪਾਏ ਕਿ ਜਿਹੜੀ ਨਿਸ਼ਕਾਮਤਾ ਕੀ ਹੁੰਦੀ ਹੈ, ਨੇਕੀ ਕੀ ਹੁੰਦੀ ਹੈ, ਵੀ ਅਸੀਂ ਨੇਕੀ ਦੇ ਮਾਰਗ 'ਤੇ ਤੁਰਨ ਵਾਲੇ ਬੰਦੇ ਹਾਂ, ਅਸੀਂ ਭਲਾਈ ਕਰਨ ਵਾਲੇ ਲੋਕ ਹਾਂ। ਕਹਿੰਦੇ ਇਹ ਗੱਲ ਨੂੰ ਅਸੀਂ ਸਮਝਾ ਨਹੀਂ ਸਕੇ। ਭਾਵੇਂ ਉਹਨੂੰ ਥੋੜ੍ਹਾ ਬਹੁਤ ਅਨੁਭਵ ਹੋ ਗਿਆ ਵੀ ਹਾਂ ਬੰਦੇ ਕਮਾਲ ਦੇ ਨੇ, ਵੀ ਜਿੱਥੇ ਸਰਕਾਰ ਨੇ ਹੱਥ ਖੜੇ ਕਰ ਦਿੱਤੇ ਵੀ ਅਸੀਂ ਸੇਵਾ ਨਹੀਂ ਪਹੁੰਚਾ ਸਕਦੇ, ਉੱਥੇ ਬੰਦੇ ਸੇਵਾ ਲੈ ਕੇ ਆ ਗਏ। ਜਿਹੜੇ ਜੈਦੇਵ ਜੀ ਕਹਿ ਰਹੇ ਨੇ ਕਿ ਆਪਣੇ ਜੀਵਨ ਦੇ ਅੰਦਰ ਜੇ ਤੂੰ ਚਾਹੁੰਦਾ ਕਿ ਸੰਸਾਰ ਦੇ ਸੁੱਖ, ਸ਼ੋਭਾ, ਵਡਿਆਈ ਮਿਲੇ ਤਾਂ ਫਿਰ ਨੇਕੀ ਕਰ, ਸੁਕਰਿਤ ਕਰ, ਜੀਵਨ ਦੇ ਅੰਦਰ ਚੰਗੇ ਕੰਮ ਕਰ। ਫਿਰ ਅਗਲੇ ਬਚਨ ਕੀਤੇ ਭਗਤ ਜੀ ਅੱਗੇ ਫਿਰ ਸਾਨੂੰ ਸਮਝਾਉਣ ਲੱਗੇ, ਆਖਣ ਲੱਗੇ, ਕਹਿੰਦੇ ਜੀਵਨ ਦੇ ਵਿੱਚ ਜਿੱਥੇ ਨੇਕੀ ਕਰਨੀ ਹੈ ਉੱਥੇ ਆਪਣੇ ਜੀਵਨ ਦੇ ਅੰਦਰ ਕਹਿੰਦੇ ਭਾਵ ਭੂਤ ਭਾਵ ਸੰਵਯੰ ਪਰਮੰ ਪ੍ਰਸੰਨ ਮਿਦੰ। ਭਾਵ ਹੁਣ ਵਾਲਾ ਸਮਾਂ, ਭੂਤ ਗੁਜ਼ਰ ਚੁੱਕਿਆ ਸਮਾਂ, ਭਾਵ ਦਾ ਅਰਥ ਹੈ ਭਵਿੱਖ, ਆਉਣ ਵਾਲਾ ਸਮਾਂ। ਸੰਵਯੰ ਆਖਣ ਲੱਗੇ ਭਗਤ ਜੀ, ਕਹਿੰਦੇ ਜੋ ਹੁਣ ਪਿਛਲੇ ਸਮੇਂ ਅਗਾਂਹ ਆਉਣ ਲਈ ਸਦਾ ਪੂਰਨ ਤੌਰ ਤੋਂ ਨਾਸ ਰਹਿਤ ਹੈ। ਸੰਵਯੰ ਦਾ ਅਰਥ ਹੈ ਕਿ ਇੱਕ ਸਮਾਨ ਹੈ, ਜਿਹੜਾ ਬੀਤ ਚੁੱਕਿਆ ਸਮਾਂ ਉਹਦੇ ਵਿੱਚ ਵੀ ਸਮਾਨ ਸੀ, ਹੁਣ ਵੀ ਸਮਾਨ ਹੈ, ਜਿਹੜਾ ਅੱਗੇ ਆਏਗਾ ਉਸਦੇ ਵਿੱਚ ਵੀ ਸਮਾਨ ਰਹੇਗਾ। ਉਸ ਨੂੰ ਇਸ ਤਰ੍ਹਾਂ ਕਹਿ ਸਕਦੇ ਹਾਂ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਜਿਹੜਾ ਵੀ ਆਦਿ ਵਿੱਚ ਵੀ ਪੂਰਨ ਸੀ, ਮੱਧ ਵਿੱਚ ਵੀ ਪੂਰਨ ਹੈ ਅਤੇ ਅੰਤ ਵੀ ਜਿਸ ਨੇ ਪੂਰਨ ਰਹਿਣਾ, ਨਾਸ ਰਹਿਤ ਉਹਦੇ ਪੂਰਨ ਹੈ। ਭਗਤ ਜੀ ਕਹਿੰਦੇ ਨੇ ਭਾਵ ਭੂਤ ਭਾਵ, ਭਵ ਦਾ ਅਰਥ ਹੈ ਹੁਣ ਵਾਲਾ ਸਮਾਂ, ਭੂਤ ਦਾ ਅਰਥ ਹੈ ਜੋ ਬੀਤ ਚੁੱਕਿਆ, ਭਾਵ ਦਾ ਅਰਥ ਹੈ ਭਵਿੱਖ, ਆਉਣ ਵਾਲਾ। ਸੰਵਯੰ ਇੱਕ ਸਮਾਨ, ਨਾਸ ਰਹਿਤ ਰਹਿਣ ਵਾਲਾ ਹੈ, ਉਸ ਦਾ ਨਾਸ ਹੋਣ ਵਾਲਾ ਨਹੀਂ। ਦੂਜੀ ਗੱਲ ਪਰਮੰ ਪ੍ਰਸੰਨ ਮਿਦੰ, ਪਰਮੰ ਦਾ ਅਰਥ ਹੁੰਦਾ ਹੈ ਸ੍ਰੇਸ਼ਟ। ਆਖਣ ਲੱਗੇ ਉਹ ਪਰਮਾਤਮਾ ਜਿਹੜਾ ਸਭ ਤੋਂ ਉੱਚੀ ਹਸਤੀ ਹੈ, ਪਰ ਨਾਲ ਗੱਲ ਕਰ ਰਹੇ ਨੇ ਪ੍ਰਸੰਨ ਮਿਦੰ, ਜੋ ਸਦਾ ਖਿੜਿਆ ਰਹਿੰਦਾ ਹੈ। ਕਹਿੰਦੇ ਕਿ ਪਰਮਾਤਮਾ ਹੈ ਜਿਹੜਾ ਸਦਾ ਖਿੜਿਆ ਰਹਿੰਦਾ ਹੈ, ਜਿਹੜਾ ਸਭ ਤੋਂ ਉੱਚੀ ਹਸਤੀ ਹੋ ਕੇ ਵੀ ਔਰ ਖੇੜੇ ਵਿੱਚ ਹੋਵੇ। ਕਹਿੰਦੇ ਇੱਕ ਰੱਬ ਹੈ ਜਿਹੜਾ ਖਿੜਿਆ ਰਹਿੰਦਾ ਹੈ,
और उस रब ने ही इस संसार नूं खिड़ाया होया। जितना संसार खिड़िया नज़र आउंदा है, मोली धरती, मोलिया आकाश, घट घट मोलिया आत्म प्रकाश, ये सब उसदे करके ही है। प्रसन्न मिदंग भगत जी कहते वो खिड़िया होया रहिंदा है, हर वेले प्रसन्न रहिंदा है। कभी वाहिगुरू जी नूं भी किते चोरा देखिया तुसीं? महाराज रोज़ तुसीं पढ़दे हो जपजी साहिब दे विच, हुक्म ही हुक्म चलाए राहा, नानक विकसै बेपरवाह। प्रसन्न हुंदा है, बेपरवाह परमात्मा, उन्होंने कोई परवाह नहीं है। नानक बेपरवाह है तिस तिल ना तमाई। वो बेपरवाह है, उसनूं तिल मात्र कोई तमा है ही नहीं वाहिगुरू जी नूं। भगत जयदेव जी कहते हैं वो अकाल पुरख वाहिगुरू पहलां भी हुण भी अगे भी नास रहत है, इको समान रहिंदा है। ना वाद है ना घाट है, ना वाद घाट होता है, ना वो वधदा ना घटदा, ना वाद घाट हुंदी है, वो इको जिहा ही चलदा आ रहा है। परम है, सब तो श्रेष्ठ है, सब तो उच्ची हस्ती है, पर प्रसन्न मिदंग हर वेले खिड़िया होया रहिंदा है, प्रसन्न रहिंदा है। भगत जी कहते हर वेले प्रसन्न रहिंदा है। फिर कहन लगे लोभाद दृष्ट पर ग्रह लोभाद, आखन लगे परमात्मा लोभ आदिक विकारां नूं कहंदे ने रब नाल जुड़ के तू छड्ड दे। जब तुम समझ लिया ना परमात्मा हुण भी है, पहला भी सी, अगे भी नासवंत है, इको जी हस्ती है, वो हर वेले खिड़िया रहिंदा है, सब तो उच्ची हस्ती है। ते जे उस परमात्मा का तू सिमरन करें, परमात्मा नूं याद करें, तो याद करने वाले वास्ते की है कि सब तो पहला अपने लोभ आदिक नूं छड्ड दे। लोभाद दृष्ट पर ग्रहण, पराए घर वल तकना छड्ड दे। बंदा लोभ नहीं छड्डदा, पराए घर वल तकना नहीं छड्डदा, दूजे दे घर विच इहनूं सब कुछ ही ज़्यादा नज़र आउंदा है, अंदर ही अंदर सड़ी जाता है। उहदे बच्चे कामयाब हो गए, उहदे घर ते बड़ी संपत्ति है, उहदा घर तां बड़ा खुशहाल है, बंदा अंदर ही अंदर मची जाता है। क्यों? क्योंकि लोभी है मनुख। महाराज कहते ने लोभाद दृष्ट पर ग्रंग, लोभ वाली वृत्ति छड़ दे, दृष्ट पर ग्रंग, पराए घर वाल जो तू तकदा है ना उन्होंने छड़ दे। फिर कहने लगे जद विद आचरण, उच्चा आचरण तज, जो मर्यादा दे उल्ट है। पाओ कि उच्चा आचरण जेड़ा है, जेड़ा तू अपने आप नूं मन्नी बैठा है, उस आचरण नूं भी छड़ दे। जेड़ा आचरण तू समझी बैठा जेड़ा मर्यादा तो उल्ट है। कई बारी ना असीं अपने हिसाब नाल ही अपना आचरण बना लेंदे हाँ, मर्यादा उसकी इजाजत नहीं दे रही हुंदी, मर्यादा के मुताबिक नहीं हुंदा। जिमें कई बारी कई लोग कहते ने कि जो असी तां जी सरब लोहे के पाटे तो बिना कोई चीज़ खाते पींदे ही नहीं। कई कहते ने असी दूजे का तैयार किया हुआ प्रसाद ही नहीं छकते जी, दूजे ने लंगर बनाए हुए असी छक सकते ही नहीं। वो अपने आचरण नूं मर्यादा तो भी उपर लैके चले जाते हैं, तो कहते उन्होंने भी छड़ दे जेड़ा तू अपना बनाया होया। भगत जयदेव जी कह रहे हैं जेड़ा अपना तू मन के स्तर पर बनाया ना, मैं इदा करदा जी, मैं तो दूजे का प्रसाद बनाया नहीं छकदा। मैं हैरान होंदा कई बारी देग बनी है, उसनूं भोग लग्या, अरदास हो गई, उस तो बाद फिर किहड़ी परेशानी है? या तो फिर गुरु समर्थ नहीं, जा उस दे उत्ते वाहिगुरू जी की मर्यादा के उत्ते तैनूं भरोसा नहीं। भगत जयदेव जी कहते ने लोभ आदिक विकार छड़ दे, पराए घर वल तकना छड़ दे, उच्चा आर्जन तज दे। जो मर्यादा दे उल्ट है वो काम छड़ दे, मर्यादा विच रह के जीवन जी। असी कई बार मर्यादा तो अगे चले जाते हैं अपनी। अज सिख धर्म दे विच गुरु गोबिंद सिंह ने इक्को मर्यादा दिती सी, इक्को ही विचारधारा सी, इक्का बाणी एक गुर इक्को शब्द विचार। तुसीं वेखो कि पंथ नूं किवें लोग तार तार करन लगे हुए ने।
कोई ज्ञानी उड़दा वो कहता 38 पौड़ियाँ गुरु अमरदास दियाँ लिखियाँ, 39 नंबर जोड़ा गुरु रामदास जी, तो 40 नंबर पौड़ी जी गुरु अर्जन देव जी। ये हैड ग्रंथी के हाल ने दरबार साहब दे। असी किस पासे कौम जा रही है साडी। कोई कहता है लाल किले ते बैठ के कथा करदा, कहते जो जड़ी लड़ाइयाँ हुई ने वो सारियाँ जड़ी औरंगजेब दे नाल हुई ने। हद हो गई। फिर उहदे जेड़े फॉलोवर ने उन्होंने मनण वाले जेड़े ने वो फिर पता की कहते ने, उसने दूजी थान ते ये भी तो बोलिया सी, कहने जो पहाड़ी राजा नाल लड़ाई लड़ी। फिर मगर उत्थे क्यों नहीं बोलिया जिथे बोलना चाहिए सी। गुरु नानक तो कहता है, कहते सच की बाणी नानक आख्या सच सुनाए सी सच की वेला। उत्थे फिर सच क्यों नहीं बोलिया? उत्थे कीड़ा लड़दा सी सच बोलण नूं। जे तुसी कहंदे हो भी वो बंदे ने बंगला साहब दे बैठ के सच बोलता, तो उत्थे लाल किले ते बैठ के वो कुछ झूठ बोल रहा, उत्थे कुफर तोल रहा है। कोई उठता है वो कहता है भी जेड़े गुरु नानक तो लैके साढ़े गुरु ने सारे हिंदू ने। हरी शब्द जेड़ा 8324 वारी आया, तो राम अखर इतने वारी आया, व्याख्या वाहिगुरु 18 वारी आया सिर्फ। अज असीं किस पासे तुरे हुए हैं? बड़ी हैरानी होंदी है जदों कि कौम नूं लोग तार तार करन लगे ने ते असी लोग चुप करके बह जाने। सानू की लैना? एक मैं बेनती करां, साडी जिहड़ी मर्यादा है ते जिहड़ी गुरमत दी विचारधारा है, असल विच जिहड़ी मर्यादा है वो गुरु ग्रंथ साहब जी दा एक विचार है भी गुरु ग्रंथ साहब जी जो विचारधारा सिखां नूं दित्ती है, उस विचारधारा नूं सौखे लफ्ज़ां विच लिख के और लोकां तक पहुँचाया गया भी इस तरीके नाल आपां अपने जीवन दे संस्कार करने हैं। जिवें जन्म संस्कार है, जिवें अमृत संस्कार है, जिवें सिੱਖੀ दे अंदर आनंद कारज संस्कार है, मरण संस्कार है, उसनूं एक मर्यादा ने सानू रूप बना के दिता। अज बंदे मनदे ही नहीं, साडी तां अपनी मर्यादा है जी। कोई कहता सी तो निशान साहब ने लाना, साडी अपनी मर्यादा है। गुरु गोबिंद सिंह महाराज एको मर्यादा दे के गए। अज लोग मर्यादा तो उपर जाके भगत त्रिलोचन कहते हैं जिहड़ा मर्यादा तो उल्ट जिहड़ा आचरण उन्होंने छड़ दे। जिहड़ा तू अपना बनाया होया ना मर्यादा तो उल्ट जाके जिहड़ा आचरण च तू जीवन जी रहा है, जिस आचरण नूं तू कहना भी ये आचरण है, कहते उन्होंने छड़ दे। फिर कहन लगे तज सकल दुखरित दुरमति। तज सकल, तज का अर्थ छड़ दे, सकल का अर्थ सारे, दुखरित का अर्थ होंदा है भैड़े काम, दुरमति का अर्थ है भैड़ी मत। भगत जयदेव जी कहते ने छड़ दे भाई कि दुखरित भैड़े काम, दुरमति भैड़ी मत। भज चक्र तर सरनंग, कहते ने प्रभु दी सरन पै ते उस परमात्मा नूं भज, ते जेड़े ये काम तू करदा ना भैड़े काम, इनू त्याग दे। जिन्हों गुरु तेग बहादुर मैं कहने मन रे कौन कुमत तै लीनी, पर दारा निंदिया रस रचियो राम भगत न कीनी। ये मत छड्ड तू अपने आप नूं बड़ा सेवादार समझना है, तो कभी विचार करके वेख कि काम ना विसरियो, क्रोध ना विसरियो, लोभ ना छुटकियो देवा, पर निंदा मुखते नहीं छूटी, नेफल पही सब सेवा। जीवन ते किते चेंज नहीं आई ना जीवन दे अंदर। काम विसरना चाहिए सी, क्रोध छुड़ना चाहिए सी, लोभ जीवन चों पासे होना चाहिए, ये तो तू छड्डिया ही कोई नहीं। सख्त ने बचन भगत जी दे, कहते तज सकल दुखरित दुरमति भज चक्रतर सरनंग। उस चक्रधारी नूं पाओ कि जिसदे हथ विच चक्कर है, पाओ वो परमात्मा जिहदे सारा संसार जिहदे हथ विच है, सारे संसार की क्रिया जिसदे हथ विच है, उस परमात्मा नूं भज। फिर कहन लगे हर भगत निज नेह केवला, रिद कर्म ना बचसा। कहन लगे परमात्मा दे प्यारे भगत जिहड़े हुंदे ने ना, मन बच कर्म तो पवित्र हुंदे हन। पाओ कि मन करके बचना करके कर्मा करके पवित्र हुंदे ने। रिद कर्म ना बसा, पाओ कि भगतां दा मन पवित्र हुंदा है, उन्हां दे वचन पवित्र हुंदे ने, उन्हां दे कर्म पवित्र हुंदे ने। भगत वही है
ਜਿਸ ਨੇ ਜੀਵਨ ਵਿੱਚ ਇਹ ਤਿੰਨੇ ਅਵਸਥਾਵਾਂ ਦੇ ਵਿੱਚ ਆਪਣੇ ਆਪ ਨੂੰ ਪਵਿੱਤਰ ਕਰ ਲਿਆ, ਮਨ, ਬਚ ਤੇ ਕਰਮ। ਕਈ ਬੰਦੇ ਕਹਿੰਦੇ ਸਾਡਾ ਮਨ ਸਾਫ਼ ਹੈ ਤੇ ਮੂੰਹ ਤੋਂ ਗਾਲਾਂ ਕੱਢਦੇ ਨੇ, ਬਚਨ ਦੂਜੇ ਨਿੰਦਾ ਕਰੀ ਜਾਂਦੇ ਨੇ। ਕੀ ਸਬੂਤ ਹੈ ਤੇਰਾ ਮਨ ਸਾਫ਼ ਹੈ? ਕੋਈ ਕਹਿੰਦਾ ਜੀ ਬੜਾ ਮਿੱਠਾ ਬੋਲੇਗਾ, ਕੋਈ ਹੈ ਜੀ ਬਚਨ ਬੜੇ ਮਿੱਠੇ ਹੋਣਗੇ, ਪਰ ਉਸਦੇ ਕਰਮ ਦੇਖੋ ਤੇ ਕਰਮ ਦੇਖ ਕੇ ਤੇ ਬਸ ਕੰਨਾਂ ਤੇ ਹੱਥ ਰੱਖੀਦਾ। ਫਿਰ ਵੀ ਇਹ ਕਰਮ ਕਿੱਦਾਂ ਦੇ ਕਰ ਰਿਹਾ? ਭਗਤ ਜਿਹੜੇ ਹੁੰਦੇ ਨੇ, ਕਹਿੰਦੇ ਨੇ ਉਹ ਭਗਤ ਰੱਬ ਦੇ ਪਿਆਰੇ ਜਿਹੜੇ ਭਗਤ ਨੇ, ਮਨ ਵਿੱਚ ਕਰਮ ਕਰਕੇ ਪਵਿੱਤਰ ਹੁੰਦੇ ਹਨ। ਭਗਤਾਂ ਦਾ ਮਨ ਪਵਿੱਤਰ, ਬੋਲ ਪਵਿੱਤਰ, ਉਹਨਾਂ ਦੇ ਕੰਮ ਪਵਿੱਤਰ ਹੁੰਦੇ ਨੇ। ਫਿਰ ਅੱਗੇ ਕਹਿ ਰਹੇ ਨੇ, ਕਹਿੰਦੇ ਨੇ ਜੋਗੇਨ ਕਿੰਗ ਜਗੇਨ ਕਿੰਗ ਦਾਨੇਨ ਕਿੰਗ ਤਪਸਾ। ਭਗਤ ਜੀ ਕਹਿਣ ਲੱਗੇ ਜੋਗੇਨ ਕਿੰਗ, ਭਾਵ ਕਿ ਜਿਹੜੇ ਭਗਤ ਨੇ ਉਹਨਾਂ ਨੂੰ ਜੋਗ ਨਾਲ ਕੀ ਵਾਸਤਾ ਹੈ? ਭਗਤੀ ਕਰਨ ਵਾਲਿਆਂ ਨੂੰ ਤਾਂ ਜੋਗ ਦੀ ਲੋੜ ਨਹੀਂ ਨਾ, ਉਹਨਾਂ ਨੂੰ ਜਗ ਕਰਨ ਦੀ ਲੋੜ ਵੀ ਨਹੀਂ ਹੈ। ਗੰਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣੇ, ਉਹਨਾਂ ਨੂੰ ਲੋੜ ਨਹੀਂ ਭਗਤਾਂ ਨੂੰ। ਨਾ ਤਾਂ ਭਗਤਾਂ ਨੂੰ ਲੋੜ ਹੈ ਕਹਿ ਰਹੇ ਨੇ ਜੋਗ ਕਰਨ ਦੀ, ਨਾ ਹੀ ਭਗਤਾਂ ਨੂੰ ਲੋੜ ਹੈ ਜਗ ਕਰਨ ਦੀ। ਜਗ ਨਾਲ ਉਹਨਾਂ ਦਾ ਕੀ ਪ੍ਰਯੋਜਨ ਹੈ? ਕੋਈ ਸੰਬੰਧ ਨਹੀਂ। ਦਾਨੇਨ ਕਿੰਗ, ਤੇ ਆਖਣ ਲੱਗੇ ਕਹਿੰਦੇ ਉਹ ਜਿਹੜੇ ਹਨ ਰੱਬ ਦੇ ਪਿਆਰੇ, ਉਹਨਾਂ ਨੂੰ ਦਾਨ ਤੇ ਤਪ ਨਾਲ ਕੀ ਵਾਸਤਾ ਹੈ? ਕਿਉਂਕਿ ਜਿਹੜਾ ਦਾਨ ਹੈ ਉਹ ਮਨੁੱਖ ਨੂੰ ਦੂਜੇ ਪਾਸੇ ਲੈ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਸਤੀਆਂ ਮਨ ਸੰਤੋਖ ਉਪਜੈ, ਦੇਣਾ ਕੇ ਵਿਚਾਰ ਦੇ ਦੇ ਮੰਗੈ ਸੈਸਾ ਗੁਣਾ ਸੋਭ ਕਰੇ ਸੰਸਾਰ। ਉਹਨਾਂ ਨੂੰ ਐਸੇ ਦਾਨ ਨਾਲ ਕੋਈ ਮਤਲਬ ਨਹੀਂ ਹੈ ਕਿ ਸੋਭ ਸੰਸਾਰ ਕਰੇ, ਉਹ ਸੰਸਾਰ ਦੀ ਸ਼ੋਭਾ ਨਹੀਂ ਲੋਧਦੇ। ਉਹਨਾਂ ਦਾ ਤਪਸਾ ਦਾ ਅਰਥ ਉਹਨਾਂ ਤਪੱਸਿਆ ਨਾਲ, ਤਪ ਨਾਲ ਕੀ ਸੰਬੰਧ ਹੈ? ਭਾਵ ਕਹਿਣ ਦਾ ਮਕਸਦ ਹੈ, ਕਹਿੰਦੇ ਜਿਹੜੇ ਭਗਤ ਜਾਣਦੇ ਹਨ ਯੋਗ ਸਾਧਨ ਜਗ ਦਾਨ ਤਪ ਕਰਨ ਤੋਂ ਆਤਮਿਕ ਲਾਭ ਨਹੀਂ ਹੋ ਸਕਦਾ। ਪ੍ਰਭੂ ਦੀ ਭਗਤੀ ਹੀ ਅਸਲੀ ਜਿਹੜੀ ਹੈ ਉਹ ਕਰਨੀ ਹੈ, ਉਸ ਤੋਂ ਬਿਨਾਂ ਜੀਵਨ ਸਫਲਾ ਨਹੀਂ ਹੋ ਸਕਦਾ। ਭਗਤੀ ਕਰਕੇ ਹੀ ਜੀਵਨ ਸਫਲਾ ਹੋ ਸਕਦਾ ਹੈ, ਪਰਮਾਤਮਾ ਦੀ ਸਿਫਤ ਸਲਾਹ ਕਰਕੇ ਹੀ ਜੀਵਨ ਸਫਲਾ ਹੋ ਸਕਦਾ। ਫਿਰ ਕਹਿੰਦੇ ਗੋਬਿੰਦ ਗੋਬਿੰਦ ਦੇਤ ਜਪ ਨਰ ਸਕਲ ਸਿੱਧ ਪਤੰਗ। ਆਖਣ ਲੱਗੇ ਗੋਬਿੰਦ ਗੋਬਿੰਦ ਦੇਤ ਜਪ, ਕਹਿੰਦੇ ਗੋਬਿੰਦ ਦਾ ਭਜਨ ਕਰ, ਗੋਬਿੰਦ ਨੂੰ ਜਪ ਤੇ ਸਕਲ ਸਿੱਧ ਪਤੰਗ, ਸਾਰੀਆਂ ਸਿੱਧੀਆਂ ਦਾ ਖਜ਼ਾਨਾ ਹੈ ਪਰਮਾਤਮਾ। ਮਾਰਕ ਨੇ ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਭਗਤ ਜੀ ਕਹਿੰਦੇ ਨੇ ਪਰਮਾਤਮਾ ਦੇ ਨਾਮ ਨੂੰ ਭਜਿਆ ਕਰ, ਸਾਰੀਆਂ ਸਿੱਧੀਆਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਪਰਮਾਤਮਾ ਦੀ ਸਿਫਤ ਸਲਾਹ ਹੈ। ਲਾਸਟ ਪੰਕਤੀ 'ਚ ਕਹਿਣ ਲਗੇ ਜੈਦੇਵ ਆਇਓ ਤਸ ਸਫੁਟੰ, ਜੈਦੇਵ ਵੀ ਹੋਰ ਆਸਰੇ ਛੱਡ ਕੇ, ਆਇਓ ਦਾ ਅਰਥ ਤੇਰੀ ਸ਼ਰਨ ਆਇਆ, ਤਸ ਸਫੁਟੰ ਦਾ ਅਰਥ ਹੋਰ ਸਾਰੇ ਜਿਹੜੇ ਆਸਰੇ ਨੇ ਉਹ ਛੱਡ ਕੇ। ਸਫੁਟੰ ਦਾ ਅਰਥ ਹੁੰਦਾ ਖੁੱਲਮ ਖੁੱਲਾ, ਪ੍ਰਥਕ ਤੌਰ ਤੋਂ ਸਾਰੇ ਆਸਰੇ ਛੱਡ ਦਿੱਤੇ। ਇਹ ਨਹੀਂ ਵੀ ਆਸਰੇ ਛੱਡ ਦਿੱਤੇ ਨਾਲ ਚੋਰੀ ਨਾਲ ਉਹ ਵੀ ਕੰਮ ਕਰੀ ਜਾਣੇ, ਪੀਰ ਨੂੰ ਵੀ ਜਾ ਕੇ ਚਾਦਰ ਚੋਰੀ ਨਾਲ ਚੜਾਈ ਜਾਣੀ ਤੇ ਗੁਰਦੁਆਰੇ ਵੀ ਆ ਜਾਣਾ, ਇਹ ਨਹੀਂ। ਉਹ ਕਹਿੰਦਾ ਮੈਂ ਖੁੱਲਮ ਖੁੱਲਾ ਕਹਿੰਦੇ ਪਰਮਾਤਮਾ ਦੀ ਸ਼ਰਨ ਵਿੱਚ ਆ ਗਿਆ, ਸਾਰੇ ਆਸਰੇ ਛੱਡ ਕੇ ਆ ਗਿਆ, ਸਭ ਨੂੰ ਚੈਲੰਜ ਕਰਕੇ ਆ ਗਿਆ ਵੀ ਮੈਂ ਰੱਬ ਤੈਨੂੰ ਹੀ ਮੰਨਦਾ। ਇਹ ਨਹੀਂ ਸਾਡੇ ਵਾਂਗ ਸਨੀ ਦੀ ਲਾਈਨ 'ਚ ਖੜੋ ਤੇ ਉੱਥੇ ਵੀ ਖਲੋਤੇ ਮਿਲ ਜਾਣਗੇ ਸਿੱਖ, ਤੇ ਜਦੋਂ ਪੀਰ ਦੇ ਜਾਓ ਤਾਂ ਉੱਥੇ ਵੀ ਉਦਮ ਲੰਘੋ ਤੇ ਉੱਥੇ ਵੀ ਖੜੇ ਹੋਏ ਮਿਲ ਜਾਣਗੇ ਸਿੱਖ, ਇੱਥੇ ਵੀ ਮੱਥਾ ਟੇਕਣ ਆ ਜਾਂਦੇ। ਭਗਤ ਜੀ ਕਹਿੰਦੇ ਮੈਂ ਇੱਦਾਂ ਨਹੀਂ ਕਰਦਾ। ਜੈਦੇਵ ਆਇਓ ਤਸ ਸਪੁਟੰ, ਸਾਰੇ ਆਸਰੇ ਛੱਡ ਕੇ ਜੈਦੇਵ ਤੇਰੀ ਸ਼ਰਨ ਵਿੱਚ ਆ ਗਏ। ਤੇ ਭਵ ਭੂਤ ਸਰਵਗਤੰ, ਕਹਿੰਦੇ ਉਹ ਹੁਣ ਵੀ ਪਿਛਲੇ ਸਮੇਂ ਵਿੱਚ ਵੀ ਅਗਾਂਹ ਨੂੰ ਵੀ ਹਰ ਵੇਲੇ ਹਰ ਥਾਂ 'ਤੇ ਮੌਜੂਦ ਹੈ ਪਰਮਾਤਮਾ। ਭਗਤ ਜੀ ਕਹਿੰਦੇ ਮੈਂ ਉਹਦੀ ਸ਼ਰਨ 'ਚ ਆ ਗਿਆ। ਇਸ ਕਰਕੇ ਤੈਨੂੰ ਵੀ ਇਹੀ ਕਹਿਣਾ, ਭਗਤ ਜੈਦੇਵ ਜੀ ਕਹਿੰਦੇ ਉਸਦਾ ਨਾਮ ਸਿਮਰਿਆ ਕਰ। ਜਨਮ ਮਰਨ ਦਾ ਚਿੰਤਾ ਚੋਰੇ ਦੁੱਖ ਉਹਦੇ ਸਿਮਰਨ ਨਾਲ ਸਾਰੇ ਮਿਟ ਜਾਣਗੇ। ਤੇਰੇ ਜੀਵਨ 'ਚ ਕੋਈ ਡਰ ਨਹੀਂ ਰਹੇਗਾ ਜੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰੇਗਾ। ਇਹ ਸ਼ਬਦ ਥੋੜ੍ਹਾ ਔਖਾ ਸੀ, ਗੁਰੂ ਸਾਹਿਬ ਨੇ ਕਿਰਪਾ ਕੀਤੀ ਸੇਵਾ ਲਈ। ਆਪ ਸਾਰੇ ਸੰਗਤਾਂ ਦਾ ਪਿਆਰ ਮਿਲਿਆ, ਬੜੇ ਪਿਆਰ ਨਾਲ ਤੁਸੀਂ ਸਾਰਿਆਂ ਨੇ ਇਸ ਸ਼ਬਦ ਨੂੰ ਸਰਵਣ ਕੀਤਾ।
ਯਤਨ ਕਰਨਾ ਕਿ ਜੇ ਤੁਹਾਡੇ ਘਰ ਦੇ ਵਿੱਚ ਪੋਥੀ ਹੋਵੇ ਜਾਂ ਘਰ ਦੇ ਵਿੱਚ ਮੋਬਾਈਲ ਹੋਵੇ, ਸੌਫਟਵੇਅਰ ਡਾਊਨਲੋਡ ਕੀਤਾ ਹੋਵੇ, ਤੇ ਇਸ ਸ਼ਬਦ ਦਾ ਜਾ ਕੇ ਪਾਠ ਜ਼ਰੂਰ ਕਰਨਾ। ਨਾ ਸਮਝ ਆਏ ਪਾਠ ਉਚਾਰਨ ਨਾ ਹੋਵੇ ਤੇ ਕੱਲ ਨੂੰ ਆ ਕੇ ਦਾਸ ਨੂੰ ਪੁੱਛ ਲੈਣਾ ਵੀ ਇਹ ਉਚਾਰਨ ਸਾਡੇ ਕੋਲੋਂ ਨਹੀਂ ਹੋ ਰਿਹਾ, ਤਾਂ ਕਿ ਸਾਡਾ ਸ਼ਬਦ ਪੱਕ ਸਕੇ। ਇਤਨੇ ਬੇਨਤੀਆਂ ਪ੍ਰਵਾਨ ਜੀ। ਸਾਰਿਆਂ ਦਾ ਧੰਨਵਾਦ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ